चक्र चिहन अर वर्ण जात अर पात निहिन जहे रूप रंग अर रेख पेख को कह न सकत केहे चल मूरत अनपव प्रकाश अमित तोज कहि जय कोटि इंद्रेंद्रान साहे साहान गुण जय त्रिपवन महीप सुर नर असुर नेत नेत बन तिरन कहत त्वै सर्वनाम कथै कवन कर्म नाम वर्णत समत अस कृपान खंडो खड़ग तुवक तवरि अरती सैफ सरोही सहथी जह हमारा पीर तीर तुही सथी तुही तबर तरवार नाम तिहारो जो जपै पै सिंध पव पार काल तुही काली तुही तेग आरती तुही निशानी जीत की आज तुही जगबीर करग केत मैं शरण तिहारी आप हास दै लिहु उभारी सर्व ठाउर मोह सहाई दुष्ट दोख ते लिहु बचाई नमस्कार श्री खड्ग को करो सुहित चित लाय पूर्ण करो ग्रंथ तुम करो सहाय मुकुचर शास्त्र खट पिंग गिरन चढ़ जाय अंध लखै बदरो सुनै जो काल कृपा कराय कहाँ बुद्ध प्रावत हमारी वर्ण सकै महिमा जो तिहारी हम न सकत कारो शिवत तुम्हारी आप लिहो तम कथा सुधारी हम न सकत कारो शिवत तुम्हारी आप लिहो तम कथा सुधारी। वाहेगुरु साहिब जीओ। संगीत भुजंग प्रयात छंद बागड़दं बीरं जागड़दं जूटे तागड़दं तीरं छागड़दं छूटे सागड़दं स्वारं जागड़दं जूजे कागड़दं कोपे रागड़दं रूजे
ਸੰਗੀਤ ਭੁਜੰਗ ਪਰਿਆਤ ਛੰਦ ਬਾਗੜਦੰ ਬੀਰੰ ਜਾਗੜਦੰ ਜੂਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਹੇ ਹੈ। ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ। ਗੁਰਬਾਣੀ ਦੇ ਪਾਠ ਜਾਪ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਵਿੱਚ ਆਪ ਜੀ ਨੇ ਕਲਕੀ ਅਵਤਾਰ ਦਾ ਬੜੇ ਸੁੰਦਰ ਢੰਗ ਨਾਲ ਕਥਨ ਕੀਤਾ ਹੈ। ਤਰ੍ਹਾਂ ਤਰ੍ਹਾਂ ਦੇ ਛੰਦਾਂ ਵਿੱਚ ਰੱਖ ਕੇ ਬੜਾ ਵਿਸਥਾਰ ਨਾਲ ਹੀ ਵਰਣਨ ਕੀਤਾ ਹੈ। ਇਸ ਤਰ੍ਹਾਂ ਹੁਣ ਕਲਯੁਗ ਦੇ ਅਖੀਰ ਦੇ ਸਮੇਂ ਵਿੱਚ ਪ੍ਰਗਟ ਹੋਣਾ ਹੈ, ਉਹਦਾ ਵਰਣਨ, ਜੋ ਸਮੇਂ ਦਾ ਹਾਲ ਚਾਲ ਇਹ ਕਿਹੋ ਜਿਹਾ ਭਿਆਨਕ ਹੋਊਗਾ, ਲੋਕ ਕਿਹੋ ਜਿਹੇ ਰੀਤੀ ਵਾਲੇ ਹੋ ਜਾਣਗੇ, ਕੁਕਰਮੀ ਹੋ ਜਾਣਗੇ, ਸਭ ਕਰਮ ਧਰਮ ਦੀਨ ਮਾਨ ਛੱਡ ਜਾਣਗੇ। ਇਸ ਤਰ੍ਹਾਂ ਦੇ ਸਮੇਂ ਵਿੱਚ ਫਿਰ ਜਿਹੜਾ ਉਹ ਸਮੇਂ ਦਾ ਰਾਜਾ ਉਹ ਸ਼ੂਦਰ ਹੋਊਗਾ, ਨੀਚ ਹੋਊਗਾ। ਉਹਨੇ ਹਰ ਪਾਸੇ ਐਲਾਨ ਕਰ ਦੇਣਾ ਵੀ ਕੋਈ ਦੇਵੀ ਦੇਵਤੇ ਦੀ ਪੂਜਾ ਨਾ ਕਰੇ, ਕੋਈ ਕਿਸੇ ਦਾ ਜਾਪ ਨਾ ਕਰੇ। ਜਿਹੜਾ ਕਰੂਗਾ ਉਹਨੂੰ ਸਨ ਬੱਚੇ ਕਹਾਣੀ ਪੀੜ ਦਿੱਤਾ ਜਾਊ। ਜੇ ਕਿਸੇ ਨੂੰ ਪਤਾ ਚੱਲ ਗਿਆ ਵੀ ਇਹ ਤੇ ਪੂਜਾ ਕਰਦਾ ਹੈ, ਜਾਪ ਕਰਦਾ ਹੈ, ਤੇ ਉਹ ਨਹੀਂ ਦੱਸਦਾ ਹੈ, ਤੇ ਉਹਨੂੰ ਵੀ ਨਾਲ ਹੀ ਸਜ਼ਾ ਦਿੱਤੀ ਜਾਊ, ਉਹ ਵੀ ਮਾਰ ਮੁਕਾਇਆ ਜਾਊ। ਉਹ ਜਿਸ ਕਰਕੇ ਫਿਰ ਜਿਹੜਾ ਬ੍ਰਾਹਮਣ ਆਪਣੇ ਘਰ ਵਾਲੀ ਤੋਂ ਲੁਕ ਛਿਪ ਕੇ ਇਹ ਪੂਜਾ ਜਾਪ ਕਰਦਾ ਸੀ, ਉਹ ਅਚਨਚੇਤ ਹੀ ਘਰ ਵਾਲੀ ਨੂੰ ਪਤਾ ਚੱਲ ਗਿਆ ਵੀ ਅੰਦਰ ਬੈਠ ਕੇ ਪੂਜਾ ਕਰਦਾ, ਜਾਪ ਕਰਦਾ ਹੈ, ਤੇ ਜਾ ਫੜਿਆ ਸਿਰ ਤੋਂ ਹੀ। ਇਸ ਨੂੰ ਕਹਿਣ ਲੱਗੀ ਵੀ ਮੂਰਖਾ, ਇਹ ਤੂੰ ਕੀ ਕਰਦਾ ਹੈ? ਤੈਨੂੰ ਪਤਾ ਨਹੀਂ ਰਾਜੇ ਦਾ ਕਿਹੋ ਜਿਹਾ ਸਖਤ ਹੁਕਮ ਹੈ, ਆ ਮਰੇਗਾ ਦੂਜਿਆਂ ਨੂੰ ਮਰਵਾਏਗਾ, ਇਹ ਛੱਡ ਦੇ। ਪਰ ਉਹਨੇ ਸਮਝਾਉਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਹੈ, ਪਰ ਉਹ ਨਹੀਂ ਪਤਨੀ ਸਮਝੀ। ਕਹਿੰਦੇ ਰਾਜੇ ਕੋਲ ਜਾ ਪੁਕਾਰ ਕਰਤੀ ਵੀ ਮੇਰੇ ਘਰ ਵਾਲਾ ਪੂਜਾ ਕਰਦਾ, ਜਾਪ ਕਰਦਾ, ਕੱਲ ਨੂੰ ਮੈਨੂੰ ਨਾ ਇਹਦੇ ਵਿੱਚ ਲਪੇਟਿਆ ਜਾਏ। ਉਹ ਨਹੀਂ ਮੰਨਦਾ ਹੈ। ਇਸ ਤਰ੍ਹਾਂ ਫਿਰ ਉਹ ਬ੍ਰਹਮਣੀ ਦੇ ਦੱਸਣ ਕਰਕੇ ਰਾਜੇ ਨੇ ਜੇ ਉਹ ਭੇਜਦੇ ਸੀ ਸਿਪਾਹੀ ਵੀ ਫੜ ਕੇ ਲਿਆਓ। ਪੁੱਛ ਪੜਤਾਲ ਕਰਨ ਤੋਂ ਬਾਅਦ ਉਹਨੂੰ ਕਿਹਾ ਵੀ ਜਾਂ ਤਾਂ ਹੀ ਛੱਡ ਦੇ, ਨਹੀਂ ਫਿਰ ਤੇਰੇ 2 ਟੋਟੇ ਕਰ ਦਿੱਤੇ ਜਾਣਗੇ। ਹਰੇਕ ਕਹਿਣ ਲੱਗਾ ਵੀ ਭਾਵੇਂ 2 ਟੋਟੇ ਦੇ ਕੀ 1000 ਟੋਟੇ ਕਰ ਦਿੱਤੇ ਜਾਣ, ਮੈਂ ਨਹੀਂ ਇਹ ਜਾਪ ਪੂਜਾ ਛੱਡੂਗਾ। ਇਹ ਹੁਕਮ ਹੋ ਜਾਣਾ ਨੀਚ ਰਾਜੇ ਵੱਲੋਂ ਵੀ ਇਹਨੂੰ ਸ਼ਿਵਾ ਦੇ ਮੰਦਰ ਵਿੱਚ ਲਿਜਾ ਕੇ ਉੱਥੇ ਕਤਲ ਕਰ ਦਿਓ, ਮਾਰ ਦਿਓ। ਉੱਥੇ ਜਾ ਕੇ ਜਦੋਂ ਮਾਰਨ ਵਾਸਤੇ ਤਿਆਰ ਹੋਣਗੇ, ਫਿਰ ਇਹ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਕਰੂ। ਪਹਿਲਾਂ ਇਹ ਦੇਵੀ ਦੀ ਪੂਜਾ ਹੀ ਕਰਦਾ, ਦੇਵੀ ਨੂੰ ਜਪਦਾ ਸੀ। ਜਦੋਂ ਕੋਈ ਨਾ ਦਿਸਿਆ ਫਿਰ ਪਰਮੇਸ਼ਰ ਦਾ ਧਿਆਨ ਇਹਨੇ ਕੀਤਾ, ਉਦੋਂ ਹੀ ਫਿਰ ਕਲਾ ਵਰਤ ਗਈ। ਇਹ ਕਲਕੀ ਅਵਤਾਰ ਫਿਰ ਪ੍ਰਗਟ ਹੋ ਗਿਆ ਸੀ।
ਜਿਵੇਂ ਉਹਨੇ ਸਾਰਿਆਂ ਨੂੰ ਮਾਰ ਮੁਕਾਇਆ ਜੰਗ ਯੁੱਧ ਕਰਕੇ। ਉਹ ਪ੍ਰਸੰਗ ਗੁਰੂ ਮਹਾਰਾਜ ਨੇ ਕਾਫੀ ਲਿਖੇ, ਉਹਦੇ ਵਿੱਚੋਂ ਕਾਫੀ ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਆ ਜਿਹੜਾ ਉਹ ਭੁਜੰਗ ਸੰਗੀਤ ਭੁਜੰਗ ਫਰਿਆਦ ਛੰਦ ਆ ਰਿਹਾ, ਜਿਹਦੇ ਵਿੱਚ ਮਰਦੰਗ ਦੇ ਕੋਈ ਉਹ ਬੋਲ ਹਨ, ਬਾਗੜ ਦੰਗ ਜਾਗੜ ਦੰਗ ਤਾਗੜ ਦੰਗ। ਇਹ ਸੰਗੀਤ ਅਨੁਸਾਰ ਮਰਦੰਗ ਦੇ ਬੋਲ ਹਨ। ਜਿਵੇਂ ਜੋੜੀ ਵਾਲੇ ਵੀ ਤਾਤੀ ਤਿੰਨਾਂ ਦਾ ਕਰਦੇ ਹੁੰਦੇ, ਇਸ ਤਰ੍ਹਾਂ ਹੀ ਇਹ ਕਾਵਿ ਦੇ ਨਿਯਮ ਵਿੱਚ ਵੀ ਕੁਝ ਸੰਗੀਤਕ ਛੰਦ ਹਨ। ਸੰਗੀਤ ਜਿਹਦੇ ਵਿੱਚ ਨਿਰਤਕਾਰੀ ਦਾ ਵਰਣਨ ਹੋਵੇ ਤੇ ਸਾਜ਼ ਵਜਾਉਣ ਦਾ, ਬਾਜੇ ਦਾ ਵਜਾਉਣ ਦਾ ਵਰਣਨ ਹੋਵੇ ਤੇ ਗਾਵਣ ਦਾ ਢੰਗ ਦੱਸਿਆ ਹੋਵੇ। ਇਹ ਤਿੰਨ ਚੀਜ਼ਾਂ ਵਿੱਚ ਜਿਹਦਾ ਵਰਣਨ ਹੋਵੇ ਉਹਨੂੰ ਸੰਗੀਤ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਫਿਰ ਉਹ ਜਿਹੜੇ ਸੰਗੀਤ ਛੰਦ ਹੈ ਉਹ ਬੇਅੰਤ ਹੈ। ਪਰ ਮਹਾਰਾਜ ਨੇ ਆਪਣੀ ਬਾਣੀ ਵਿੱਚ ਇਹ ਸੱਤਕ ਛੰਦ ਵਰਤੇ ਹੈ, ਜਿਹੜੇ ਸੰਗੀਤ ਛੰਦ ਹਨ। ਕੁਝ ਪਿੱਛੇ ਵੀ ਆ ਚੁੱਕੇ, ਜਿਵੇਂ ਸੰਗੀਤ ਛਪਾ ਆ ਗਿਆ, ਸੰਗੀਤ ਨਿਰਾਜ ਛੰਦ ਵੀ ਆ ਗਿਆ, ਸੰਗੀਤ ਪ੍ਰਤਿਸ਼ਠਾ ਵੀ ਆ ਗਿਆ ਹੈ, ਇਹ ਪਾਦਰੀ ਛੰਦ ਵੀ ਆ ਗਿਆ, ਸੰਗੀਤ ਬਹਿੜਾ ਛੰਦ ਵੀ ਆ ਗਿਆ, ਤੇ ਹੁਣ ਸੰਗੀਤ ਭੁਜੰਗ ਫਰਿਆਦ ਛੰਦ ਆ ਗਿਆ। ਇਸ ਤਰ੍ਹਾਂ ਇਹ ਸੱਤਵਾਂ ਹੋਊਗਾ ਸੰਗੀਤ ਮੱਧਪਾਰ ਛੰਦ। ਇਹ ਸੱਤ ਜਿਹੜੇ ਛੰਦ ਹੈ ਇਹ ਸੰਗੀਤ ਵਿੱਚ ਹੈ, ਇਹਦੇ ਵਿੱਚ ਮਰਦੰਗ ਦੇ ਬੋਲ ਹੈ। ਇਸੇ ਤਰ੍ਹਾਂ ਇਹ ਜਿਹੜੇ ਇਹੋ ਜਿਹੇ ਛੰਦ ਹੁੰਦੇ ਜਿਨ੍ਹਾਂ ਦੇ ਵਿੱਚ ਮਰਦੰਗ ਦੇ ਬੋਲ ਹੁੰਦੇ, ਸਿਰਫ ਸੰਤ ਨੂੰ ਸੋਹਣਾ ਸੁੰਦਰ ਬਣਾਉਣ ਵਾਸਤੇ ਹੁੰਦੇ ਹੈ। ਉਹ ਜਿਹੜੇ ਕੋਈ ਲਫ਼ਜ਼ ਜੇ ਵਰਤੇ ਹੁੰਦੇ ਆ, ਮਰਦੰਗ ਦੇ ਬੋਲ ਵਰਤੇ ਹੁੰਦੇ, ਉਹਨਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ। ਹੁਣ ਭਾਵੇਂ ਕਈ ਵਿਦਵਾਨਾਂ ਨੇ ਆਪਣੇ ਤੀਖਣ ਬੁੱਧੀ ਨਾਲ ਇਹਨਾਂ ਦੇ ਉਹ ਅਰਥ ਵੀ ਕਰ ਲਏ। ਜਿਹੋ ਜਿਹੇ ਅਰਥ ਵਿਦਵਾਨਾਂ ਨੇ ਆਪਣੀ ਬੁੱਧੀ ਵਿੱਚ ਸੰਪਰਦਾ ਵਿੱਚ ਕੀਤੇ, ਉਹ ਆਪਾਂ ਉਹ ਜਿਹੇ ਛੰਦਾਂ ਦੇ ਬਾਗੜ ਦੰਗ ਤਾਗੜ ਦੰਗ ਉਹ ਅਖਰੀ ਅਰਥ ਵੀ ਕੀਤੇ ਹੈ। ਇਸੇ ਤਰ੍ਹਾਂ ਸੰਪਰਦਾ ਵਿੱਚ ਸਰਲ ਅਰਥ ਜਿਹੜਾ ਹੈ ਵੀ ਉਹ ਬੱਬੇ ਦੁਆਰਾ ਕਥਨ ਕਰਦੇ ਹੈ ਵੀ ਜਿਹੜੇ ਸੂਰਬੀਰ ਹੈ ਜੱਜੇ ਦੁਆਰਾ ਕਥਨ ਕਰਦੇ ਹੈ ਵੀ ਉਹ ਜੰਗ ਵਿੱਚ ਜੁਟ ਪਏ, ਆਪੋ ਵਿੱਚ ਹੀ ਜੰਗ ਕਰਨ ਲੱਗ ਪਏ। ਇਹ ਜਾਣੀ ਸੌਖੇ ਜਿਹੇ ਢੰਗ ਨਾਲ ਅਰਥ ਹੈ। ਜਿਹੜਾ ਕੋਈ ਅੱਖਰਾਂ ਵਿੱਚੋਂ ਉਹ ਮੈਨੇ ਕੱਢ ਕੇ ਫਿਰ ਅਰਥ ਕਰਨੇ ਥੋੜ੍ਹਾ ਜਿਹਾ ਔਖਾ ਹੈ। ਉਹ ਪਿੱਛੇ ਜਿਵੇਂ ਅੱਖਰੀ ਅਰਥ ਆ ਹੀ ਚੁੱਕੇ, ਆਪਾਂ ਕਰੇ ਵੀ ਹੈ, ਤੇ ਉਹ ਲਿਖ ਲੁਖ ਕੇ ਕੀਤੇ ਹੈ, ਨਹੀਂ ਤਾਂ ਉਹ ਇੰਨੇ ਯਾਦ ਕਰਨੇ ਹੀ ਬੜੇ ਔਖੇ ਹੈ। ਤੇ ਹੁਣ ਇਹ ਜਿਹੜਾ ਆਪਣਾ ਸੰਗੀਤ ਭੁਜੰਗ ਫਰਿਆਦ ਛੰਦ ਹੈ, ਇਹਦੇ ਵਿੱਚ ਆਪਾਂ ਸਿਰਫ ਵੀ ਜਿਵੇਂ ਸੌਖੇ ਢੰਗ ਨਾਲ ਸੰਪਰਦਾ ਵਿੱਚ ਅਰਥ ਕੀਤਾ ਜਾਂਦਾ ਹੈ ਵੀ ਉਹ ਬੱਬੇ ਦੁਆਰਾ ਕਥਨ ਹੈ, ਬੱਬੇ ਦੁਆਰਾ ਕਥਨ ਕਰਦੇ ਹੈ, ਜੱਜੇ ਦੁਆਰਾ ਕਥਨ ਕਰਦੇ, ਤੱਤੇ ਦੁਆਰਾ ਕਰਦੇ, ਛੱਛੇ ਦੁਆਰਾ ਕਰਦੇ, ਸੱਸੇ ਦੁਆਰਾ। ਐਸਾ ਭਾਵੇਂ ਮਰਦੰਗ ਦੇ ਬੋਲ, ਪਰ ਦੂਜਾ ਵੀ
ਜਿਹੜੇ ਅੱਖਰ ਹਨ ਉਹਨਾਂ ਦੁਆਰਾ ਕਥਨ ਕਰਦੇ ਹੈ। ਉਹ 35 ਅੱਖਰ ਹੈ ਗੁਰਮੁਖੀ ਦੇ, ਤੇ ਸੰਸਕ੍ਰਿਤ ਦੇ ਹੈਗੇ 56 52 52 ਅੱਖਰ ਜੋੜੇ ਆਨ ਸਕਿਆ ਨਾ ਕਰੇ ਕੋਈ ਸ਼ਾਨ। ਕਿ ਗੁਰੂ ਮਹਾਰਾਜ ਨੇ ਜਿੰਨੀ ਬਾਣੀ ਹੈ ਸਾਰੀ ਉਹ ਗੁਰਮੁਖੀ ਵਿੱਚ ਹੀ ਲਿਖੀ ਹੈ, ਤੇ ਗੁਰਮੁਖੀ ਵਿੱਚ ਹੀ ਇਹ ਜਿਹੜੇ ਸਾਰੇ ਅੱਖਰ ਹਨ ਉਹੀ ਵਰਤੇ ਹੈ। ਤੇ ਸੰਸਕ੍ਰਿਤ ਵਿੱਚ ਗ੍ਰਹਿ ਤ੍ਰੈ ਕਿਸ਼ੈ ਆਦਿਕ ਰਰੀ ਲਰੀ ਆਦਿਕ ਉਹ ਨਹੀਂ ਵਰਤੇ। ਔਰ ਉਹ ਵਿਚਾਰ ਜਿਵੇਂ ਉਹ ਅੱਖਰਾਂ ਰਾਹੀਂ ਹੀ ਇਹ ਜੰਗ ਯੁੱਧ ਦਾ ਵਰਣਨ ਹੈ, ਉਹ ਇਹ ਪ੍ਰਸੰਗ ਆ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਆਉਂਦਾ ਆਪਾਂ ਇਹ ਮਹਾਰਾਜ ਕਿਰਪਾ ਕਰਨਗੇ ਥੋੜ੍ਹਾ ਜਿਹਾ ਟੀਕੇ ਦੀ ਵੀ ਆਪਾਂ ਨਾਲ ਸਹਾਇਤਾ ਲੈ ਲਾਂਗੇ, ਕਿਉਂਕਿ ਇਹਦੇ ਨਾਲ ਥੋੜ੍ਹਾ ਜਿਹਾ ਦਿਮਾਗ ਘੱਟ ਲੱਗਦਾ ਹੈ। ਤੇ ਉਹ ਨਹੀਂ ਤਾਂ ਫਿਰ ਜਿਹੜਾ ਮੂੰਹ ਜ਼ਬਾਨੀ ਚੇਤੇ ਕਰਨਾ ਹੈ ਉਹ ਤਾਂ ਨੌਜਵਾਨ ਅਵਸਥਾ ਹੋਵੇ, ਦਿਮਾਗ ਚੰਗਾ ਤੇਜ਼ ਤਰਾਰਾ ਹੋਵੇ, ਚੰਗਾ ਇਹ ਚੱਲ ਜਾਂਦਾ ਹੈ। ਉਹ ਯਾਨੀ ਕੰਠ ਕਰਕੇ ਚੱਲਣਾ ਪੈਂਦਾ ਹੈ। ਇਹਦੇ ਜੇ ਟੀਕਾ ਸਾਹਮਣੇ ਹੋਵੇ ਉਹਦੇ ਨਾਲ ਥੋੜ੍ਹਾ ਜਿਹਾ ਸੁਖੈਨਤਾ ਹੋ ਜਾਂਦੀ ਹੈ। ਯਾਨੀ ਜਿਹੜੇ ਟੀਕੇ ਦੇ ਅਰਥ ਹੁੰਦੇ ਉਹ ਸੀਮਤ ਹੁੰਦੇ ਹੈ। ਜਿਹੜਾ ਕੋਈ ਉਂਝ ਆਪਾਂ ਕਰਾਂਗੇ ਜ਼ੁਬਾਨ ਰਾਹੀਂ ਜੀਭਾ ਰਾਹੀਂ ਉਹ ਥੋੜ੍ਹਾ ਜਿਹਾ ਖੋਲ੍ਹ ਕੇ ਹੋ ਜਾਂਦਾ, ਵਿਸਥਾਰ ਨਾਲ ਹੋ ਜਾਂਦਾ ਹੁੰਦਾ, ਉਹਦੀ ਸਮਝ ਜਾਣੀ ਜ਼ਿਆਦਾ ਪੈ ਜਾਂਦੀ ਹੈ। ਤੇ ਟੀਕੇ ਵਾਲੇ ਨੂੰ ਤਾਂ ਫਿਰ ਉਹ ਸਿਰਫ ਸੀਮਤ ਅੱਖਰ ਹੀ ਲਿਖਣੇ ਹੁੰਦੇ ਆ, ਵਿਸਥਾਰ ਨਹੀਂ ਕਰਨਾ ਹੁੰਦਾ ਹੈ। ਵਿਸਥਾਰ ਕਰਦਾ ਫਿਰ ਉਹਦਾ ਜ਼ਿਆਦਾ ਵਾਧਾ ਹੁੰਦਾ, ਜ਼ਿਆਦਾ ਫੈਲਾਅ ਹੁੰਦਾ ਹੈ। ਤੇ ਜੇ ਕਥਾ ਕਰਨ ਲੱਗੀਏ ਅਸੀਂ ਵੱਧ ਫੈਲਾਅ ਕਰੀਏ ਵੱਧ ਸਮਝ ਪੈਂਦੀ ਹੈ। ਇਸ ਤਰ੍ਹਾਂ ਆਪਾਂ ਇਹ ਦੋਹਾਂ ਰੂਪਾਂ ਵਿੱਚ ਜਿੱਥੇ ਵਿਸਥਾਰ ਦੀ ਲੋੜ ਹੈ ਉੱਥੇ ਕਰਾ ਲਾਂਗੇ, ਜਿੱਥੇ ਅਖਰੀ ਅਰਥ ਹੈ ਸਰਲ ਅਰਥ ਹੈ ਇਹਦੀ ਕੋਈ ਬਹੁਤੀ ਲੋੜ ਨਹੀਂ ਸਮਝਾਉਣ ਦੀ, ਉੱਥੇ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਸੀਮਤ ਦੀ ਅਰਥ ਕਰ ਲਾਂਗੇ। ਉਹ ਜਿਵੇਂ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਲਕੀ ਅਵਤਾਰ ਦਾ ਜੰਗ ਯੁੱਧ ਦਾ ਪ੍ਰਸੰਗ ਸਦੀਪ ਭੁਜੰਗ ਪ੍ਰਿਆਦ ਵਿੱਚ ਕਥਨ ਕੀਤਾ, ਬਿਆਨ ਕੀਤਾ ਹੈ, ਉਹ ਆਪਾਂ ਮਨ ਲਾ ਕੇ ਸੁਣੀਏ ਜੀ। ਵਾਗੜਦੰ ਬੀਰੰ ਜਾਗੜਦੰ ਝੂਟੇ। ਮਹਾਰਾਜ ਕਹਿੰਦੇ ਆ ਖਾਲਸਾ ਜੀ, ਜਦੋਂ ਇਹ ਕਲਕੀ ਅਵਤਾਰ ਨੇ ਜੰਗ ਯੁੱਧ ਸ਼ੁਰੂ ਕਰ ਦਿੱਤਾ, 10,000 ਜਿਹੜਾ ਸੂਰਬੀਰ ਉਹਦੇ ਨਾਲ ਆਇਆ ਹੈ, ਉਹ ਕਿਵੇਂ ਜੰਗ ਯੁੱਧ ਵਿੱਚ ਛੁੱਟ ਪਿਆ। ਉਹ ਕਥਨ ਕਰਦੇ ਬਾਗੜਦੰਗ ਬੀਰਮ। ਬਾਗੜਦੰਗ ਕੀ ਇਹ ਬੱਬੇ ਦੁਆਰਾ ਕਥਨ ਹੈ, ਜਿਹੜੇ ਕੋਈ ਇਹ ਨੇਕ ਕਲੰਕ ਦੇ ਨਾਲ ਸੂਰਬੀਰ ਹੈ, ਉਹ ਜਾਗੜਦੰਗ ਕੀ ਜੱਜੇ ਦੁਆਰਾ ਕਥਨ ਹੈ। ਉਹ ਜੰਗ ਯੁੱਧ ਵਿੱਚ ਜੁਟ ਪਏ, ਯਾਨੀ ਜੰਗ ਯੁੱਧ ਕਰਨ ਲੱਗ ਪਏ ਹਨ। ਤਾਗੜਦੰ ਤੀਰੰ ਛਾਗੜਦੰ ਛੂਟੇ। ਤੇ ਦੁਆਰਾ ਕਥਨ ਕਰਦੇ ਉਹਨਾਂ ਸੀਰ ਵੀਰਾਂ ਵੱਲੋਂ ਜਿਹੜੇ ਤੀਰ ਹਨ, ਛੇ ਦੁਆਰਾ ਕਹਿੰਦੇ ਹਨ, ਛੁੱਟ ਪਏ, ਚੱਲਣ ਲੱਗ ਪਏ ਹਨ। ਸਾਗੜਦੰ ਸਵਾਰੰ ਜਾਗੜਦੰ ਜੂਝੇ। ਸੱਸੇ ਦੁਆਰਾ ਕਹਿੰਦੇ ਜਿਹੜੇ ਘੋੜ ਸਵਾਰ ਸਨ, ਉਹ ਜੱਜੇ ਦੁਆਰਾ ਕਥਨ ਕਰਦੇ ਜਦੋਂ ਉਹਨਾਂ ਦੇ ਤੀਰ ਵੱਜੇ ਹਨ, ਉਹ ਜੂਝੇ ਕਿ ਇਹ ਸ਼ਹੀਦ ਹੋ ਗਏ, ਮਰ ਗਏ, ਖਤਮ ਹੋ ਗਏ। ਕਾਗੜਦੰ ਕੋਪੇ ਰਾਗੜਦੰ ਰੂਝੇ। ਕੱਕੇ ਦੁਆਰਾ ਕਹਿੰਦੇ ਹਨ, ਉਹ ਜਿਹੜੇ ਯੋਧੇ ਆ ਬੜੇ ਗੁੱਸੇ ਵਿੱਚ ਹੀ ਆ ਕੇ। ਰਾਜੇ ਦੁਆਰਾ ਕਹਿੰਦੇ ਫਿਰ ਉਹ ਜੰਗ ਦੇ ਵਿੱਚ ਹੋਰ ਰੁੱਝ ਗਏ ਹਨ। ਮਾਗੜਦੰ ਮਾਚਿਓ ਜਾਗੜਦੰ ਜੁੱਦੰ। ਮੰਮੇ ਦੁਆਰਾ ਕਥਨ ਕਰ ਰਹੇ ਹਨ ਕਿ ਜਿਹੜਾ
ਮਚ ਪਿਆ ਹੈ ਉਹ ਕੀ ਜੱਜੇ ਦੁਆਰਾ ਕਹਿੰਦੇ ਮਹਾਨ ਜੰਗ ਯੁੱਧ। ਜਾਗੜਦੰ ਜੋਧਾ ਕਾਗੜਦੰ ਕ੍ਰੁੱਧੰ। ਜੱਜੇ ਦੁਆਰਾ ਕਹਿੰਦੇ ਜਿਹੜਾ ਜੰਗੀ ਯੋਧਾ ਹੈ, ਕੱਕੇ ਦੁਆਰਾ ਕਹਿੰਦੇ ਉਹਦਾ ਕ੍ਰੋਧਵਾਨ ਹੋ ਗਏ ਹੈ। ਸਾਗੜਦੰ ਸਾਗੰ ਡਾਗੜਦੰ ਡਾਰੇ। ਤੇ ਕ੍ਰੋਧ ਵਿੱਚ ਆ ਕੇ ਸੱਸੇ ਦੁਆਰਾ ਕਹਿੰਦੇ ਉਹ ਸੂਰਬੀਰ ਨੇ ਜਿਹੜੇ ਕੋਈ ਬਰਛੇ ਬਰਛੀਆਂ ਹਨ, ਉਹ ਬੈਰੀਆਂ ਉੱਪਰ ਦੱਦੇ ਦੁਆਰਾ ਕਹਿੰਦੇ ਡਾਰੇ ਹਨ, ਸੁੱਟੇ ਹਨ, ਯਾਨੀ ਚਲਾਏ ਹਨ। ਬਾਗੜਦੰ ਵੀਰੰ ਆਗੜਦੰ ਉਤਾਰੇ। ਬੱਬੇ ਦੁਆਰਾ ਕਹਿੰਦੇ ਸੂਰਬੀਰਾਂ ਦੇ ਆੜੇ ਦੁਆਰਾ ਕਥਨ ਕਰਦੇ ਹੈ, ਉਤਾਰੇ ਲਾਹ ਤੇ ਸੱਥਰ ਯਾਨੀ ਉੱਥੇ ਢੇਰਾਂ ਦੇ ਢੇਰ ਲਾ ਕੇ ਸਿੱਟ ਦਿੱਤੇ ਹਨ। ਹਰ ਪਾਸੇ ਵੀਰੀ ਪਏ ਦਿਸ ਰਹੇ ਹਨ। ਤਾਗੜਦੰ ਤੈ ਕੈ ਜਾਗੜਦੰ ਜਵਾਨੰ। ਤੱਤੇ ਦੁਆਰਾ ਕਹਿੰਦੇ ਤੱਤੇ ਹੋ ਕੇ ਗਰਮ ਹੋ ਕੇ ਤੈਸ਼ ਵਿੱਚ ਆ ਕੇ। ਜੱਜੇ ਦੁਆਰਾ ਕਹਿੰਦੇ ਜਿਹੜੇ ਨੌਜਵਾਨ ਹਨ। ਛਾਗੜਦੰ ਸ਼ੋਰੈ ਬਾਗੜਦੰ ਬਾਣੰ। ਸ਼ਿਸ਼ੇ ਦੁਆਰਾ ਕਹਿੰਦੇ ਉਹ ਤਨਕ ਦੇ ਵਿੱਚੋਂ ਸ਼ੋਰਾ ਕੀਏ ਛੱਡਦੇ ਹਨ। ਬੱਬੇ ਦੁਆਰਾ ਕਥਨ ਕਰਦੇ ਹੈ ਤੀਰ। ਜਾਗੜਦੰ ਜੂਝੇ ਬਾਗੜਦੰ ਬਾਜੀ। ਜੱਜੇ ਦੁਆਰਾ ਕਹਿੰਦੇ ਉਹ ਤੀਰ ਵਜਨ ਕਰਕੇ ਜੂਝੇ ਕੀਏ ਸ਼ਹੀਦ ਹੋ ਗਏ ਹਨ। ਬੱਬੇ ਦੁਆਰਾ ਕਹਿੰਦੇ ਹਨ ਜਿਹੜੇ ਘੋੜੇ ਵਗੈਰਾ ਹਨ। ਡਾਗੜਦੰ ਡੋਲੇ ਤਾਗੜਦੰ ਤਾਜੀ। ਹਾਂ, ਡੱਡੇ ਦੁਆਰਾ ਕਹਿੰਦੇ ਹੈ ਉੱਥੇ ਡੋਲ ਰਹੇ ਹੈ, ਫਿਰ ਰਹੇ ਹਨ। ਤੱਤੇ ਦੁਆਰਾ ਕਥਨ ਕਰਦੇ ਜਿਹੜੇ ਕੋਈ ਤਾਜੀ ਘੋੜੇ ਹਨ, ਯਾਨੀ ਘੋੜੇ ਉੱਥੇ ਭੱਜੇ ਫਿਰਦੇ ਹਨ। ਖਾਗੜਦੰ ਖੂਨੀ ਖਿਆਗੜਦੰ ਖੇਤੰ। ਹਾਂ, ਖੱਖੇ ਦੁਆਰਾ ਕਹਿੰਦੇ ਖੂਨ ਦੇ ਨਾਲ ਭਰੇ ਹੋਏ ਤੇ ਜਿਹੜਾ ਖੇਤੋਂ ਕੀਏ ਮੈਦਾਨ ਖੇਤ ਹੈ, ਜੰਗ ਵਾਲਾ ਅਸਥਾਨ ਹੈ, ਉੱਥੇ ਜਿਹੜੇ ਖੂਨ ਦੇ ਭਰੇ ਹੋਏ ਜਿਹੜੇ ਘੋੜੇ ਹੈ, ਸੂਰਬੀਰ ਹੈ, ਉਹ ਫਿਰ ਰਹੇ ਹਨ। ਝਾਗੜਦੰ ਝੂਜੈ ਆਗੜਦੰ ਅਚੇਤੰ। ਹਾਂ, ਝੁੱਜੇ ਦੁਆਰਾ ਕਹਿੰਦੇ ਝੂਜਾ ਕੀਏ ਸ਼ਹੀਦ ਹੋ ਗਏ। ਕਈ ਆਗਣ ਵਾਲੇ ਦੁਆਰਾ ਕਹਿੰਦੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਕੋਈ ਚੇਤੇ ਨਹੀਂ ਰਿਹਾ, ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਗਏ। ਆਗੜਦੰ ਉੱਠੇ ਕਾਗੜਦੰ ਕੋਪੇ। ਆੜੇ ਦੁਆਰਾ ਕਥਨ ਕਰਦੇ ਕਈ ਉਹਨਾਂ ਵਿੱਚੋਂ ਜਿਹੜੇ ਬੇਹੋਸ਼ ਪਏ ਸੀ ਉੱਠ ਖੜੋਤੇ ਹੈ, ਤੇ ਉੱਠ ਕੇ ਕੱਕੇ ਦੁਆਰਾ ਕਹਿੰਦੇ ਉਹ ਗੁੱਸੇ ਵਿੱਚ ਹੀ ਆ ਪਏ ਹੈ, ਕ੍ਰੋਧਵਾਨ ਹੋਏ। ਡਾਗੜਦੰ ਡਾਰੇ ਤਾਗੜਦੰ ਧੋਪੇ। ਹਾਂ, ਉਹਨਾਂ ਨੇ ਫਿਰ ਗੁੱਸੇ ਵਿੱਚ ਆ ਕੇ ਡੱਡੇ ਦੁਆਰਾ ਕਹਿੰਦੇ ਡਾਰੇ ਕੀਏ ਸੁੱਟੀਆਂ ਹਨ। ਤਾਗੜ ਦੇ ਤੱਤੇ ਦੁਆਰਾ ਕਹਿੰਦੇ ਧੋਪਾਂ ਨੂੰ, ਜਿਹੜੀਆਂ ਸਿੱਧੀਆਂ ਤਲਵਾਰਾਂ ਹੁੰਦੀਆਂ ਨੂੰ ਧੋਪ ਕਹਿੰਦੇ। ਇਹ ਸਿੱਧੀਆਂ ਤਲਵਾਰਾਂ ਫਿਰ ਚਲਾਈਆਂ ਹਨ, ਸੁੱਟੀਆਂ ਹਨ ਗੁੱਸੇ ਵਿੱਚ ਆ ਕੇ ਉੱਠ ਖੜ ਕੇ। ਨਾਗੜਦੰ ਨਾਚੇ ਰਾਗੜਦੰ ਰੁਦਰੰ। ਉਸ ਵੇਲੇ ਉਹਨਾਂ ਦਾ ਜੰਗ ਯੁੱਧ ਵੇਖ ਕੇ ਨਾ ਸੂਰਬੀਰਾਂ ਦਾ ਨੰਨੇ ਦੁਆਰਾ ਕਥਨ ਕਰਦੇ ਨੱਚਣ ਲੱਗ ਪਏ। ਰਾਜੇ ਦੁਆਰਾ ਕਥਨ ਕਰਦੇ ਜਿਹੜੇ ਰੁਦਰ ਜੀ ਹਨ ਸ਼ਿਵ ਜੀ ਹਨ। ਭਾਗੜਦੰ ਭਾਜੇ ਛਾਗੜਦੰ ਸ਼ੁਦਰੰ। ਹਾਂ, ਪੱਬੇ ਦੁਆਰਾ ਕਹਿੰਦੇ ਉਹ ਜੰਗ ਨੂੰ ਦੇਖ ਕੇ ਭੱਜ ਗਏ ਹਨ। ਛਾਗੜਦਾਂ ਕੀ ਜਿਹੜੇ ਸ਼ੁਦਰ ਹਨ, ਨੀਚ ਹਨ, ਜਾਨੀ ਕੈਡ ਡਰਪੋਕ ਹਨ, ਨਿਕੰਮੇ ਲੋਕ ਹੈ, ਉਹ ਇਸ ਤਰ੍ਹਾਂ ਕਹਿੰਦੇ ਜੰਗ ਦੇਖ ਕੇ ਭੱਜ ਗਏ ਹਨ। ਜਾਗੜਦੰ ਜੁਝੇ ਵਾਗੜਦੰ ਵੀਰੰ। ਜੱਜੇ ਦੁਆਰਾ ਕਥਨ ਕਰਦੇ ਉੱਥੇ ਜਿਹੜੇ ਜੁਝੇ ਕੀਏ ਸ਼ਹੀਦ ਹੋ ਗਏ ਹਨ। ਬਾਗੜ ਨੇ ਬੱਬੇ ਵਾਵੇ ਦੁਆਰਾ ਕਥਨ ਕਰਦੇ ਜਿਹੜੇ ਕੋਈ ਸੂਰਬੀਰ ਸਨ। ਲਾਗੜਦੰ ਲਾਗੇ ਤਾਗੜਦੰ ਤੀਰੰ। ਲੱਲੇ ਦੁਆਰਾ ਕਥਨ ਕਰਦੇ ਜਿਨ੍ਹਾਂ ਲੱਗ ਗਏ ਹਨ
ਤੱਤੇ ਦੁਆਰਾ ਕਸਰ ਕਰਦੇ ਆ ਤੀਰ, ਜਿਨ੍ਹਾਂ ਨੂੰ ਤੀਰ ਲੱਗ ਗਏ ਉਹ ਸੂਰਬੀਰ ਸ਼ਹੀਦ ਹੋ ਗਏ ਹਨ। ਰਾਗੜਦੰ ਰੁੱਜੇ ਸਾਗੜਦੰ ਸੂਰੰ। ਹਾਂ, ਰਾਰੇ ਦੁਆਰਾ ਕਹਿੰਦੇ ਜੰਗ ਯੁੱਧ ਵਿੱਚ ਰੁੱਝ ਗਏ ਹਨ। ਸੱਸੇ ਦੁਆਰਾ ਕਹਿੰਦੇ ਜਿਹੜੇ ਕੋਈ ਸੂਰਬੀਰ ਹਨ। ਘਾਗੜਦੰ ਘੁੰਮੀ ਹਾਗੜਦੰ ਹੂਰੰ। ਕੱਕੇ ਦੁਆਰਾ ਕਹਿੰਦੇ ਉੱਥੇ ਘੁੰਮਣ ਲੱਗ ਪਈਆਂ, ਚੱਕਰ ਕੱਟਣ ਲੱਗ ਪਈਆਂ ਹਨ। ਆਹੇ ਦੁਆਰਾ ਕਹਿੰਦੇ ਜਿਹੜੀਆਂ ਦੇਵ ਅਪਸਰਾ ਹੂਰਾਂ ਹਨ। ਤਾਗੜਦੰ ਤੱਕੈ ਜਾਗੜਦੰ ਜਵਾਨੰ। ਤੱਤੇ ਦੁਆਰਾ ਕਹਿੰਦੇ ਹਨ ਹੂਰਾਂ ਤੱਕਦੀਆਂ ਹਨ। ਜੱਜੇ ਦੁਆਰਾ ਕਹਿੰਦੇ ਜਿਹੜੇ ਉਹ ਨੌਜਵਾਨ ਉਹਨਾਂ ਨੂੰ ਜੰਗ ਕਰਦੀਆਂ ਤੱਕਦੀਆਂ ਹਨ, ਦੇਖਦੀਆਂ ਹਨ। ਮਾਗੜਦੰ ਮੋਹੀ ਤਾਗੜਦੰ ਤਾਨੰ। ਮੰਮੇ ਦੁਆਰਾ ਕਹਿੰਦੇ ਉਹਨਾਂ ਨੂੰ ਜਵਾਨਾਂ ਨੂੰ ਜੰਗ ਕਰਦਿਆਂ ਦੇਖ ਕੇ ਲੱਟੂ ਹੋ ਗਈਆਂ ਹਨ। ਤਦਰਤੀਏ ਤਨ ਉਹਨਾਂ ਨੂੰ ਤੱਕ ਕੇ ਜਿਹਨਾਂ ਦੇ ਜੰਗ ਨੂੰ ਦੇਖ ਕਰਕੇ ਲੱਟੂ ਹੋ ਗਈਆਂ ਹਨ, ਹੂਰਾ ਹੋ ਗਏ। ਦਾਗੜਦੰ ਦੇਖੈ ਰਾਗੜਦੰ ਰੂਪੰ। ਦੱਦੇ ਦੁਆਰਾ ਕਹਿੰਦੇ ਉਹਨਾਂ ਦੇ ਸੋਹਣਾ ਰਾਰੇ ਦੁਆਰਾ ਕਹਿੰਦੇ ਦੇਖ ਰਹੀਆਂ, ਰਾਰੇ ਦੁਆਰਾ ਕਹਿੰਦੇ ਸੋਹਣੇ ਰੂਪ ਨੂੰ ਦੇਖ ਰਹੀਆਂ ਨੌਜਵਾਨਿਆਂ ਦੇ। ਪਾਗੜਦੰ ਪ੍ਰੇਮੰ ਕਾਗੜਦੰ ਕੂਪੰ। ਪੱਪੇ ਦੁਆਰਾ ਕਹਿੰਦੇ ਜਿਹੜਾ ਪ੍ਰੇਮ ਹੈ, ਕੱਕੇ ਦੁਆਰਾ ਕਸਰ ਕਰਦੇ ਜਿਹੜਾ ਪ੍ਰੇਮ ਰੂਪੀ ਖੂਹ ਹੈ। ਰਾਗੜਦੰ ਡੁੱਬੀ ਪਾਗੜਦੰ ਪਿਆਰੀ। ਡੱਡੇ ਦੁਆਰਾ ਕਹਿੰਦੇ ਉਹਨਾਂ ਦੇ ਪ੍ਰੇਮ ਰੂਪ ਖੂਹ ਦੇ ਵਿੱਚ ਡੁੱਬ ਗਈਆਂ ਹਨ। ਪੱਪੇ ਦੁਆਰਾ ਕਹਿੰਦੇ ਜਿਹੜੀਆਂ ਉਹ ਪਿਆਰੀਆਂ ਹਨ। ਕਾਗੜਦੰ ਕਾਮੰ ਮਾਗੜਦੰ ਮਾਰੀ। ਜਿਹੜੀਆਂ ਕਾਮ ਦੀਆਂ ਪਿਆਰੀਆਂ ਹਨ, ਉਹਨਾਂ ਨੂੰ ਜਿਹੜਾ ਕੋਈ ਮੰਮੇ ਦੁਆਰਾ ਕਸਰ ਕਹਿੰਦੇ ਮੋਹਨ ਚੱਟ ਨੇ ਪੰਜ ਤੀਰ ਹੈ ਕਾਮ ਦੇ, ਇਹ ਜਿਨ੍ਹਾਂ ਨੂੰ ਇਹ ਤੀਰ ਮਾਰਿਆ ਹੈ। ਮਾਗੜਦੰ ਮੋਹੀ ਬਾਗੜਦੰ ਬਾਲਾ। ਮੰਮੇ ਦੁਆਰਾ ਕਥਨ ਕਰਦੇ ਹਨ ਉਹ ਮੋਹੀਆਂ ਗਈਆਂ ਹਨ। ਬੱਬੇ ਦੁਆਰਾ ਕਥਨ ਕਰਦੇ ਜਿਹੜੀਆਂ ਦੇਵ ਬਾਲਾਂ ਦੇਵ ਦੇਵਤਿਆਂ ਦੀਆਂ ਪਛਰਾ ਹਨ। ਰਾਗੜਦੰ ਰੂਪੰ ਆਗੜਦੰ ਉਜਾਲਾ। ਰਾਰੇ ਦੁਆਰਾ ਕਹਿੰਦੇ ਉਹ ਜਿਹੜਾ ਰੂਪ ਹੈ ਨਾ ਨੌਜਵਾਨਾਂ ਦਾ, ਆੜੇ ਦੁਆਰਾ ਕਹਿੰਦੇ ਜਿਹੜਾ ਉਜਾਲਾ ਉਜਲ ਹੈ, ਸੋਹਣਾ ਉਜਲ ਸਰੂਪ ਹੈ, ਉਹਨੂੰ ਤੱਕ ਕੇ ਦੇਵ ਬਾਲਾ ਲੱਟੂ ਹੋ ਗਈਆਂ। ਦਾਗੜਦੰ ਦੇਖੈ ਸਾਗੜਦੰ ਸੂਰੰ। ਦੱਦੇ ਦੁਆਰਾ ਕਹਿੰਦੇ ਉਹ ਦੇਖ ਰਹੀਆਂ ਹਨ। ਸੱਸੇ ਦੁਆਰਾ ਕਹਿੰਦੇ ਉਹ ਸੂਰਬੀਰਾਂ ਵੱਲੇ। ਬਾਗੜਦੰ ਬਾਜੇ ਤਾਗੜਦੰ ਤੂਰੰ। ਬੱਬੇ ਦੁਆਰਾ ਕਹਿੰਦੇ ਵੱਜਦੇ ਹਨ। ਤੱਤੇ ਦੁਆਰਾ ਕਹਿੰਦੇ ਜੇ ਤੂਰ ਸੰਗਿਆ ਵਾਲੇ ਸਾਜ ਹਨ। ਰਾਗੜਦੰ ਰੂਪੰ ਕਾਗੜਦੰ ਕਾਮੰ। ਰਾਰੇ ਦੁਆਰਾ ਕਹਿੰਦੇ ਜੋ ਸੁੰਦਰ ਰੂਪ ਵਾਲੀਆਂ ਹਨ, ਤੇ ਇਸੇ ਤਰ੍ਹਾਂ ਕਾਗੜਦੰ ਕਾਮੂ ਜਿਹੜੀਆਂ ਕਾਮ ਵਾਸ਼ਨਾ ਨਾਲ ਇਸ ਤਰ੍ਹਾਂ ਅਧੀਨ ਹਨ। ਨਾਗੜਦੰ ਨਾਚੈ ਬਾਗੜਦੰ ਬਾਮੰ। ਨੇ ਦੁਆਰਾ ਕਹਿੰਦੇ ਨੱਚਦੀਆਂ ਹਨ। ਬੱਬੇ ਦੁਆਰਾ ਕਹਿੰਦੇ ਉਹ ਬਾਮੂ ਦੇਵ ਅਪਸਰਾ ਦੇ ਬੋਟੀਆਂ ਦੇਵ ਇਸਤਰੀਆਂ। ਰਾਗੜਦੰ ਰੀਜੇ ਸਾਗੜਦੰ ਸੂਰੰ। ਰਾਰੇ ਦੁਆਰਾ ਕਹਿੰਦੇ ਉਹਨਾਂ ਦਾ ਉਹ ਨੱਚਣਾ ਦੇਖ ਕੇ ਹੋਰ ਖੁਸ਼ ਹੋ ਗਏ। ਸੱਸੇ ਦੁਆਰਾ ਕਹਿੰਦੇ ਉਹ ਜਿਹੜੇ ਜੰਗ ਕਰਨ ਵਾਲੇ ਸੂਰਵੀਰ ਬਹਾਦਰ ਹੈ। ਬਾਗੜਦੰ ਵਿਆਹੈ ਹਾਗੜਦੰ ਹੂਰੰ। ਬੱਬੇ ਦੁਆਰਾ ਕਹਿੰਦੇ ਉਹਨਾਂ ਨੂੰ ਵਿਆਹ ਲੈਂਦੇ। ਹਾਹੇ ਦੁਆਰਾ ਕਹਿੰਦੇ ਹੂਰਾਂ ਨੂੰ, ਹੂਰਾਂ ਵਿਆਹ ਰਹੀਆਂ ਹਨ ਉਹਨਾਂ ਨੂੰ। ਕਾਗੜਦੰ ਕੋਪਾ ਭਾਗੜਦੰ ਭੂਪੰ। ਕਹਿੰਦੇ ਜਿਹੜਾ ਕਲਕੀ ਅਵਤਾਰ ਦਾ ਜੰਗ ਯੁੱਧ ਹੈ ਯੋਧਿਆਂ ਦਾ ਦੇਖ ਕੇ ਕੱਕੇ ਦੁਆਰਾ ਕਹਿੰਦੇ ਕ੍ਰੋਧ ਵਿੱਚ ਹੀ ਆ ਗਿਆ ਹੈ। ਪੱਬੇ ਦੁਆਰਾ ਕਹਿੰਦੇ ਜਿਹੜਾ ਉਹ
ਸੰਬਲਪੁਰ ਦਾ ਰਾਜਾ ਹੈ। ਕਾਗੜਦੰ ਕਾਲੰ ਰਾਗੜਦੰ ਰੂਪੰ। ਕੱਕੇ ਦੁਆਰਾ ਕਹਿੰਦੇ ਗੁੱਸੇ ਦੇ ਵਿੱਚ ਕਾਲੋਂ ਕੀ ਕਾਲ ਦਾ ਹੀ, ਰਾਰੇ ਦੁਆਰਾ ਕਹਿੰਦੇ ਰੂਪ ਹੋ ਗਿਆ, ਕਾਲ ਦਾ ਰੂਪ ਹੀ ਹੋ ਗਿਆ। ਰਾਗੜਦੰ ਰੋਸੰ ਧਾਗੜਦੰ ਧਾਇਓ। ਰਾਰਾ ਦੁਆਰਾ ਕਥਨ ਕਰਦੇ ਆ ਰੋਸ ਵਿੱਚ, ਗੁੱਸੇ ਵਿੱਚ ਹੀ ਆ ਕੇ ਢੱਡੇ ਦੁਆਰਾ ਕਹਿੰਦੇ ਉਹ ਧਾਵਾ ਕਰਕੇ ਗਿਆ ਹੈ ਸੰਬਲਪੁਰ ਦਾ ਸੂਦਰ ਰਾਜਾ। ਝਾਗੜਦੰ ਬਾਧੇ ਚੱਲਿਓ ਚੁੰਗ ਆਇਓ। ਚੱਚੇ ਦੁਆਰਾ ਕਹਿੰਦੇ ਉਹ ਬੰਨ ਕੇ ਚੱਲ ਕੇ ਤੇ ਇਸ ਤਰ੍ਹਾਂ ਚੌਕੀ ਚੁੰਗ ਜਿਹੜਾ ਆਪਣਾ ਜੱਥਾ ਹੈ ਟੋਲਾ ਬੰਨ ਕੇ ਮੈਦਾਨੇ ਜੰਗ ਵਿੱਚ ਹੀ ਆਇਆ ਸੂਦਰ ਰਾਜਾ। ਆਗੜਦੰ ਅਰੜੇ ਗਾਗੜਦੰ ਗਾਜੀ। ਆਰੇ ਦੁਆਰਾ ਕਹਿੰਦੇ ਅਰੜਾਏ ਹਨ, ਅਰੜਾ ਕੇ ਜਾਨੀ ਉੱਚੀ ਉੱਚੀ ਬੋਲ ਕੇ ਪਏ ਹਨ। ਗੱਗੇ ਦੁਆਰਾ ਕਹਿੰਦੇ ਜਿਹੜੇ ਗਾਜੀ ਹਨ, ਸੂਰਬੀਰ ਬਹਾਦਰ ਹਨ। ਨਾਗੜਦੰ ਨਾਚੇ ਤਾਗੜਦੰ ਤਾਜੀ। ਨੰਨੇ ਦੁਆਰਾ ਕਹਿੰਦੇ ਉੱਥੇ ਨੱਚਣ ਟੱਪਣ ਲੱਗ ਪਏ ਹਨ। ਟੱਟੇ ਦੁਆਰਾ ਕਹਿੰਦੇ ਜਿਹੜੇ ਤਾਜੀ ਘੋੜੇ ਹਨ। ਜਾਗੜਦੰ ਜੁੱਜੇ ਖਾਗੜਦੰ ਖੇਤੰ। ਜੁੱਜੇ ਦੁਆਰਾ ਕਥਨ ਕਰਦੇ ਉੱਥੇ ਜੁੱਜੇ ਸ਼ਹੀਦ ਹੋ ਗਏ ਹਨ। ਕੱਕੇ ਦੁਆਰਾ ਕਥਨ ਕਰਦੇ ਮੈਦਾਨੇ ਖੇਤ ਫਿਰ ਜੰਗ ਵਾਲੇ ਥਾਂ ਵਿੱਚ। ਰਾਗੜਦੰ ਰਹਿਸੇ ਪਾਗੜਦੰ ਪ੍ਰੇਤੰ। ਉਸ ਵੇਲੇ ਰਾਰੇ ਦੁਆਰਾ ਕਹਿੰਦੇ ਰਹਿਸੇ ਪ੍ਰਸੰਨ ਹੋਏ, ਖੁਸ਼ ਹੋਏ ਹਨ। ਪੱਪੇ ਦੁਆਰਾ ਕਹਿੰਦੇ ਜਿਹੜੇ ਭੂਤ ਪ੍ਰੇਤ ਹਨ। ਮਾਗੜਦੰ ਮਾਰੇ ਬਾਗੜਦੰ ਬੀਰੰ। ਮੰਮੇ ਦੁਆਰਾ ਕਹਿੰਦੇ ਮਾਰ ਦਿੱਤੇ ਹਨ। ਬੱਬੇ ਦੁਆਰਾ ਕਥਨ ਕਰਦੇ ਜੀ ਆਪਣੇ ਆਪ ਨੂੰ ਬੜੇ ਸੂਰਬੀਰ ਕਹਾਂਦੇ ਸਨ। ਪਾਗੜਦੰ ਪ੍ਰਾਨੇ ਭਾਗੜਦੰ ਭੀਰੰ। ਪੱਪੇ ਦੁਆਰਾ ਕਹਿੰਦੇ ਉੱਥੇ ਪੁਰਾਣੇ ਭੱਜ ਗਏ, ਨੱਠ ਗਏ। ਬੱਬੇ ਦੁਆਰਾ ਕਹਿੰਦੇ ਜਿਹੜੇ ਭੀਰ ਸਨ, ਕਮਜ਼ੋਰ ਡਰਪੋਕ ਸਨ, ਉਹ ਭੱਜ ਗਏ, ਉੱਥੇ ਉਹ ਭੁਲਾ ਗਏ। ਧਾਗੜਦੰ ਧਾਇਓ ਰਾਗੜਦੰ ਰਾਜਾ। ਢੱਡੇ ਦੁਆਰਾ ਕਹਿੰਦੇ ਧਾਵਾ ਕਰਕੇ ਦੌੜ ਕੇ ਆਇਆ। ਰਾਰੇ ਦੁਆਰਾ ਕਥਨ ਕਰਦੇ ਉਹ ਸੰਬਲਪੁਰ ਦਾ ਰਾਜਾ। ਰਾਗੜਦੰ ਰਣ ਕੇ ਬਾਗੜਦੰ ਬਾਜਾ। ਰਾਰੇ ਦੁਆਰਾ ਕਹਿੰਦੇ ਹਨ ਇਸ ਤਰ੍ਹਾਂ ਕਹਿੰਦੇ ਰਾਗੜਦੰ ਰਣ ਕੇ ਕਹਿੰਦੇ ਰਣ ਕੇ ਛਣਕੇ ਹਨ, ਬੱਜੇ ਹਨ। ਬੱਬੇ ਦੁਆਰਾ ਕਹਿੰਦੇ ਜਿਹੜੇ ਬਾਜੇ ਹਨ, ਮਾਰੂ ਬਾਜਾ ਵੱਜ ਰਿਹਾ ਹੈ। ਤਾਗੜਦੰ ਟੂਟੇ ਤਾਗੜਦੰ ਤਾਲੰ। ਤੱਤੇ ਦੁਆਰਾ ਕਹਿੰਦੇ ਜਿਹੜੇ ਟੁੱਟ ਗਏ ਹਨ। ਠੇਕੇ ਦੁਆਰਾ ਕਹਿੰਦੇ ਟੁੱਟ ਗਏ ਹਨ। ਤੱਤੇ ਦੁਆਰਾ ਕਹਿੰਦੇ ਜਿਹੜੇ ਕੋਈ ਤਾਲ ਹਨ, ਜਾਣੀ ਉਹ ਜੰਗ ਯੁੱਧ ਜਿਹੜੇ ਕਰ ਰਹੇ ਉਹਨਾਂ ਨੂੰ ਦੇਖ ਕੇ ਜਿਹੜੇ ਕੋਈ ਨੱਚਣ ਟੱਪਣ ਵਾਲੇ ਉਹਨਾਂ ਨੂੰ ਦੇਖਣ ਲੱਗ ਗਏ, ਜਿਸ ਕਰਕੇ ਉਹ ਜਿਹੜੇ ਤਾਲ ਵਿੱਚ ਕੋਈ ਸਾਜ਼ ਵਜਾ ਰਹੇ ਉਹ ਤਾਲ ਜੇ ਤੁਲ ਗਏ, ਬੇਸੁਰੇ ਹੋ ਗਏ ਤਾਂ ਉਹਨਾਂ ਦੇ ਸਾਜ਼। ਆਗੜਦੰ ਉੱਠੇ ਜਾਗੜਦੰ ਜਵਾਲੰ। ਆੜੇ ਦੁਆਰਾ ਕਥਨ ਕਰਦੇ ਹਨ ਕਹਿੰਦੇ ਉੱਠ ਰਹੀਆਂ ਹਨ। ਜੱਜੇ ਦੁਆਰਾ ਕਹਿੰਦੇ ਅੱਗ ਦੀਆਂ ਲਾਟਾਂ, ਬੰਦੂਕ ਵਿੱਚੋਂ ਅੱਗ ਨਿਕਲ ਰਹੀ ਹੈ। ਬਾਗੜਦੰ ਬਾਜੇ ਭਾਗੜਦੰ ਭਾਜੇ ਬਾਗੜਦੰ ਵੀਰੰ। ਬੱਬੇ ਦੁਆਰਾ ਕਹਿੰਦੇ ਉਸ ਵੇਲੇ ਜਿਹੜੇ ਕੋਈ ਭੱਜ ਗਏ। ਬੱਬੇ ਦੁਆਰਾ ਕਹਿੰਦੇ ਜਿਹੜੇ ਕੋਈ ਸੂਰਵੀਰ ਵੀ ਕਹਾਉਂਦੇ ਸੀ, ਬੰਦੂਕਾਂ ਵਿੱਚੋਂ ਅੱਗ ਨਿਕਲਦੀ ਦੇਖ ਕੇ ਕੀ ਭੱਜ ਗਏ ਸੂਰਵੀਰ ਵੀ। ਲਾਗੜਦੰ ਲਾਗੇ ਤਾਗੜਦੰ ਤੀਰੰ। ਤੱਤੇ ਲੱਲੇ ਦੁਆਰਾ ਕਹਿੰਦੇ ਜਿਨ੍ਹਾਂ ਨੂੰ ਲੱਗ ਗਏ ਭੱਜ ਗਏ। ਤੱਤੇ ਦੁਆਰਾ ਕਹਿੰਦੇ ਜਿਨ੍ਹਾਂ ਨੂੰ ਤੀਰ ਉਹ ਸੂਰਵੀਰ ਭੱਜ ਗਏ ਹਨ। ਰਾਗੜਦੰ ਰਹਿਸੀ ਦਾਗੜਦੰ ਦੇਵੀ। ਰਾਰੇ ਦੁਆਰਾ ਕਹਿੰਦੇ ਪ੍ਰਸੰਨ ਹੋ ਰਹੀ, ਖੁਸ਼ੀ ਹੋ ਰਹੀ ਹੈ। ਦੱਦੇ ਦੁਆਰਾ ਕਹਿੰਦੇ ਜਿਹੜੀ ਕਾਲੀ ਦੇਵੀ ਹੈ। ਗਾਗੜਦੰ ਗੈਣੰ ਆਗੜਦੰ ਭੇਵੀ। ਗੱਗੇ ਦੁਆਰਾ ਕਹਿੰਦੇ ਆਕਾਸ਼ ਦੇ ਵਿੱਚ ਅਗਨ ਆਰੇ ਦੁਆਰਾ ਕਥਨ ਕਰਦੇ ਹੈ ਜਿਹੜੀ ਇਹਨੂੰ ਆਕਾਸ਼ ਦੇਵੀ ਕਹਿੰਦੇ ਭੇਤ ਹੋ ਰਹਿਤ ਜਾਂ ਭੇਵੀ ਨੂੰ
ਭਵੀ ਤੋਂ ਅਰਥ ਵੀ ਆਕਾਸ਼ ਵਿੱਚ ਭੇਵੀ ਕੀਏ ਫਿਰ ਰਹੀ ਹੈ ਕਾਲੀ ਦੇਵੀ। ਭਾਗੜਦੰ ਭੈਰੋ ਪਾਗੜਦੰ ਪ੍ਰੇਤੰ। ਆ ਉੱਥੇ ਪੱਪੇ ਦੁਆਰਾ ਕਹਿੰਦੇ ਜਿਹੜਾ ਭੈਰੋਂ ਹੈ ਉਹ ਵੀ ਫਿਰ ਰਿਹਾ, ਪੱਪੇ ਦੁਆਰਾ ਕਥਨ ਕਰਦੇ ਪ੍ਰੇਤ ਵੀ ਫਿਰ ਰਹੇ। ਹਾਗੜਦੰ ਹੱਸੇ ਖਾਗੜਦੰ ਖੇਤੰ। ਆਹੇ ਦੁਆਰਾ ਕਥਨ ਕਰ ਰਹੇ ਉੱਥੇ ਹੱਸ ਰਹੇ ਹਨ। ਕੱਕੇ ਦੁਆਰਾ ਕਹਿੰਦੇ ਜਿਹੜੇ ਖੇਤਰਪਾਲ ਹਨ। ਦੋਹਰਾ ਅਸ ਟੁੱਟੇ ਲੁੱਟੇ ਘਨੇ। ਕਈਆਂ ਦੇ ਤੇ ਅੱਗੇ ਟੁੱਟ ਗਏ ਹਨ ਤੇ ਬਹੁਤੇ ਤਾਂ ਇਸੇ ਤਰ੍ਹਾਂ ਉੱਥੇ ਕਈਆਂ ਦੇ ਸ਼ਾਸਤਰ ਹੀ ਲੁੱਟੇ ਗਏ, ਸ਼ਾਸਤਰ ਖੋਹੇ ਗਏ ਹਨ। ਟੁੱਟੇ ਸ਼ਸਤਰ ਅਨੇਕ। ਅਨੇਕਾਂ ਦੇ ਜਿਹੜੇ ਸ਼ਾਸਤਰ ਹੈ ਉੱਥੇ ਟੁੱਟ ਪੁੱਟ ਗਏ ਹਨ। ਜੇ ਜੁੱਟੇ ਕੱਟੇ ਸਭੈ। ਜਿਹੜੇ ਜੰਗ ਵਿੱਚ ਜੁੱਟੇ ਜੰਗ ਕਰਨ ਗਏ ਉਹ ਸਾਰੇ ਕੱਟੇ ਵੱਢੇ ਗਏ। ਰਹਿ ਗਇਓ ਭੂਪਤ ਏਕ। ਫਿਰ ਜਿਹੜਾ ਉਹ ਸੰਬਲਪੁਰ ਦਾ ਰਾਜਾ ਹੈ ਉਹੀ ਬਾਕੀ ਕੱਲਾ ਰਹਿ ਗਿਆ। ਕਾਫੀ ਤਾਦਾਦ ਵਿੱਚ ਉਹਦੇ ਸੂਰਬੀਰ ਬਹਾਦਰ ਜੰਗ ਵਿੱਚ ਕੱਟੇ ਵੱਢੇ ਗਏ। ਪੰਕਜ ਬਾਟਿਕਾ ਛੰਦ ਸੈਨ ਜੁਜਤ ਨ੍ਰਿਪ ਭਇਓ ਅਤ ਆਕਲ। ਜਦੋਂ ਇਹ ਸੰਬਲਪੁਰ ਰਾਜੇ ਦੀ ਫੌਜ ਕੀ ਸ਼ਹੀਦ ਹੋ ਗਈ, ਮਾਰੀ ਗਈ ਹੈ, ਉਸ ਵੇਲੇ ਜਿਹੜਾ ਇਹ ਰਾਜਾ ਬਹੁਤ ਆਕਲ ਹੋਇਆ, ਵਿਆਕਲ ਹੋਇਆ, ਘਬਰਾਹਟ ਵਿੱਚ ਆਇਆ ਹੈ। ਧਾਵਤ ਭਇਓ ਸਮ ਹੈ ਅਤ ਵਿਆਕੁਲ। ਬਹੁਤਾ ਵਿਆਕਲ ਜਾ ਕੇ, ਬਹੁਤਾ ਘਬਰਾ ਵਿੱਚ ਆ ਕੇ ਸਾਹਮਣੇ ਨੂੰ ਫਿਰ ਧਾਵਾ ਕਰੇ ਹੋਇਆ, ਧਾਵਾ ਕਰਕੇ ਹੱਲਾ ਬੋਲ ਕੇ ਗਿਆ ਹੈ। ਸਨਿਧ ਹੋਇ ਚਿਤ ਮੈਂ ਅਤ ਕ੍ਰੁੱਧਤ। ਸਨਧ ਹੋਇ ਇਸ ਤਰ੍ਹਾਂ ਕਹਿੰਦੇ ਸੰਸ਼ੇ ਵਾਲਾ, ਸ਼ੰਕਾ ਵਾਲਾ ਹੋ ਕੇ ਚਿੱਤ ਵਿੱਚ ਬੜਾ ਗੁੱਸੇ ਵਿੱਚ ਹੀ ਆਇਆ ਹੈ। ਆਵਤ ਭਇਓ ਰਿਸਕੈ ਕਰ ਜੁੱਦਤ। ਗੁੱਸਾ ਕਰਕੇ ਜੰਗ ਜੁੱਧ ਕਰ ਲਈ ਫਿਰ ਆਇਆ ਹੈ। ਸ਼ਸਤਰ ਪ੍ਰਹਾਰ ਅਨੇਕ ਕਰੇ ਤਬ। ਉਹਦਿਆਂ ਸਰੇ ਸੰਬਰ ਰਾਜੇ ਨੇ ਅਨੇਕਾਂ ਤਰ੍ਹਾਂ ਦੇ ਸ਼ਸਤਰ ਮਾਰਨਾ ਕੀਤੇ ਹਨ। ਜੰਗ ਜੁਟਿਓ ਆਪਣੋ ਦਲ ਲੈ ਸਭ। ਬਾਕੀ ਜਿਹੜਾ ਆਪਣਾ ਬਚਿਆ ਖੁਸ਼ਿਆ ਦਲ ਸੀ ਉਹ ਸਾਰਾ ਦਲ ਨਾਲ ਲੈ ਕੇ ਫਿਰ ਕੀ ਜੰਗ ਵਿੱਚ ਜੁੜਿਆ, ਜੁੜ ਪਿਆ, ਲੱਗ ਗਿਆ ਹੈ। ਬਾਜ ਉੱਠੇ ਤਹਿ ਕੋਟ ਨਗਾਰੇ। ਉੱਥੇ ਜੰਗ ਦੇ ਵਿੱਚ ਕਰੋੜਾਂ ਧੌਂਸੇ ਨਗਾਰੇ ਖੜਕ ਉੱਠੇ, ਵੱਜ ਉੱਠੇ। ਰੁੱਝ ਗਿਰੇ ਰਣ ਜੁੱਝ ਨਿਹਾਰੇ। ਇਸ ਤਰ੍ਹਾਂ ਰੁੱਝ ਗਿਰੇ ਰਣ ਜੁੱਝ ਨਿਹਾਰੇ। ਜਿਹੜੇ ਜੰਗ ਵਿੱਚ ਰੁੱਝ ਗਏ ਹੈ, ਜੰਗ ਦੇ ਵਿੱਚ ਜਾਲਾ ਫਸ ਗਏ ਹੈ, ਉਹ ਜੰਗ ਦੇ ਵਿੱਚ ਜੁੱਝੇ ਸ਼ਹੀਦ ਹੋਏ ਫਿਰ ਵੇਖੇ ਗਏ, ਬਹੁਤ ਸ਼ਹੀਦ ਹੋ ਗਏ ਹਨ। ਸ਼ਹੀਦ ਹੋ ਕੇ ਜੰਗ ਵਿੱਚੋਂ ਡਿੱਗ ਵੀ ਪਏ ਹਨ। ਚਾਮਰ ਛੰਦ ਸ਼ਸਤਰ ਅਸਤਰ ਲੈ ਸਕੋਪ। ਵੀਰ ਬੋਲ ਕੈ ਸਭੈ। ਰਾਜੇ ਨੇ ਜਿੰਨੇ ਆਪਣੇ ਸੂਰਬੀਰ ਹੈ ਉਹਨਾਂ ਨੂੰ ਬੁਲਾ ਲਿਆ ਹੈ ਤੇ ਸ਼ਸਤਰਾਂ ਅਸਤਰਾਂ ਨੂੰ ਨਾਲ ਲੈ ਕੇ ਬੜੇ ਗੁੱਸੇ ਦੇ ਸਹਿਰ ਚੱਲਿਆ ਹੈ। ਕੋਪ ਓਪਦੈ ਹਠੀ ਸੁਧਾਏ ਕੈ ਪਰੇ ਸਭੈ। ਔਰ ਗੁੱਸੇ ਦੀ ਉਪਮਾ ਦੇ ਕੇ, ਯਾਨੀ ਗੁੱਸੇ ਦਾ ਰੂਪ ਹੋ ਕੇ ਜਿਹੜੇ ਸਠੀਏ ਸੂਰਬੀਰ ਹੈ ਸਾਰੇ ਧਾਵਾ ਕਰਕੇ ਹੱਲਾ ਬੋਲ ਕੇ ਪਏ ਹਨ। ਕਾਨ ਕੈ ਪ੍ਰਮਾਨ ਬਾਨ ਤਾਨ ਤਨ ਤੋਰਹੀ। ਕੰਨ ਦੇ ਪ੍ਰਮਾਣ ਕੀ ਤੱਕ ਤਨਕ ਨੂੰ ਤਾਨ ਤਾਨ ਕੇ ਖਿੱਚ ਖਿੱਚ ਕੇ ਬਾਣ ਜਿਹੜੇ ਤੀਰ ਹੈ ਉਹਨਾਂ ਨੂੰ ਤੋਰਹੀ ਕੇ ਤੋਰਦੇ ਹਨ, ਜਾਨੀ ਚਲਾਉਂਦੇ ਹਨ। ਸੋ ਝੂਝ ਝੂਝ ਕੈ ਪਰੈ ਨਾ ਨੈਕ ਮੁਖ ਮੋਰਹੀ। ਸੋ ਚੰਗੀ ਤਰ੍ਹਾਂ ਝੂਝ ਝੂਝ ਕੇ ਲੜ ਲੜ ਕੇ ਪੈਂਦੇ, ਮਰ ਮਰ ਕੇ ਡਿੱਗਦੇ ਹਨ,
ਭੋਰਾ ਨੈਕ ਭੋਰਾ ਮਾਤਰ ਥੋੜੇ ਬਾਤਰ ਵੀ ਮੂੰਹ ਨਹੀਂ ਮੋੜਦੇ ਹਨ। ਬਾਨ ਪਾਨ ਲੈ ਸਭੈ ਸੋ ਕ੍ਰੁੱਧ ਸੂਰਮਾ ਚੱਲੇ। ਜਿਹੜੇ ਸੂਰਬੀਰ ਹੈ ਬੜੇ ਗੁੱਸੇ ਦੇ ਸਹਿਤ ਹੋ ਕੇ ਆਪੋ ਆਪਣੇ ਹੱਥਾਂ ਵਿੱਚ ਤੀਰ ਲੈ ਕੇ ਚੱਲ ਪਏ ਹਨ। ਬੀਨ ਬੀਨ ਜੇ ਲਏ ਪਰ ਬੀਨ ਬੀਰਹਾ ਭਲੇ। ਇਸ ਤਰ੍ਹਾਂ ਚੁਣ ਚੁਣ ਕੇ ਲੈ ਲਏ ਹਨ ਸਿਆਣੇ ਜਿਹੜੇ ਸੂਰਬੀਰ ਭਲੇ ਚੰਗੇ ਤੋਂ ਚੰਗੇ। ਸ਼ੰਕ ਸ਼ੋਰ ਕੈ ਭਿਰੈ ਨਿਸ਼ੰਕ ਘਾਏ ਡਾਰਹੀ। ਹਾਂ ਸ਼ੰਕਾ ਮਰਨ ਦੀ ਸ਼ੰਕਾ ਛੱਡ ਕੇ ਭਿੜਦੇ ਆ ਲੜਦੇ ਹਨ। ਨਿਸ਼ੰਕ ਹੋ ਕੇ ਬਿਨਾਂ ਡਰ ਤੋਂ ਹੋ ਕੇ ਕਾਏ ਕੀ ਬਾਰ ਮਾਰਦੇ ਹੈ ਸੱਟ ਮਾਰਦੇ ਹੈ ਜ਼ਖਮ ਪਾਉਂਦੇ ਹਨ। ਸੋ ਅੰਗ ਭੰਗ ਹੋਏ ਗਿਰੈ ਨਾ ਜੰਗ ਤੇ ਪਧਾਰਹੀ। ਹਾਂ ਭਾਵੇਂ ਅੰਗ ਤੋਂ ਅੰਗਾਂ ਕਰਕੇ ਭੰਗ ਹੋ ਡਿੱਗਦੇ ਹੈ ਯਾਨੀ ਅੰਗ ਭੰਗ ਹੋ ਕੇ ਡਿੱਗ ਪੈਂਦੇ ਸਾਰੇ ਸਰੀਰ ਦੇ ਅੰਗ ਭੰਗ ਟੁੱਟ ਜਾਂਦੇ ਹੈ ਫਿਰ ਵੀ ਜੰਗ ਦੇ ਵਿੱਚੋਂ ਭਗੌੜੇ ਹੋ ਕੇ ਨਹੀਂ ਪਧਾਰਦੇ ਭੱਜਦੇ ਫਿਰ ਵੀ ਜੰਗ ਵਿੱਚ ਹੀ ਜ਼ਖਮੀ ਹੋਏ ਖੜੋਤੇ ਲਲਕਾਰੇ ਮਾਰਦੇ। ਇਸ ਤਰ੍ਹਾਂ ਇਹ ਜੰਗ ਯੁੱਧ ਦਾ ਜਿਹੜਾ ਪ੍ਰਸੰਗ ਹੈ ਨਹਿ ਕਲੰਕੀ ਦੇ ਨਾਲ ਸੰਬਲਪੁਰ ਰਾਜੇ ਦਾ ਗੁਰੂ ਕਲਗੀਧਰ ਜੀ ਨੇ ਸੰਗੀਤ ਛੰਦ ਤੇ ਆ ਜਿਹੜਾ ਦੂਜਾ ਛੰਦ ਹੈ ਪੰਕਜ ਚਾਮਰ ਛੰਦ ਤੇ ਪੰਕਜ ਬਾਟਕਾ ਛੰਦ ਇਹ ਤਿੰਨਾਂ ਛੰਦਾਂ ਦੇ ਵਿੱਚ ਸੰਗੀਤ ਭੁਜੰਗ ਪ੍ਰਿਆਦ ਛੰਦ ਕੇ ਅੱਗੇ ਹੈ ਨਿਸਪਾਲਕ ਛੰਦ। ਇਹਦੇ ਵਿੱਚ ਜਿਹੜੇ ਕੋਈ ਲਫ਼ਜ਼ ਹੈ ਉਹ ਬਹੁਤ ਹੀ ਚਰਚਰਾ ਨਾਲ ਮਾਰਨ ਰੱਖੇ ਹੈ ਇਹ ਸਾਰੇ ਅਨਵੇਂ ਕਰਕੇ ਇਹਦੇ ਅਰਥ ਜੇ ਹੋਣੇ ਹੈ। ਇਹਦਾ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾ ਲਵਾਂਗੇ। ਬਾਨ ਪਾਨ ਲੈ ਸਭੈ ਸੋ ਕ੍ਰੁੱਧ ਸੂਰਮਾ ਚੱਲੇ। ਬੀਨ ਬੀਨ ਜੇ ਲਏ ਪ੍ਰਬੀਨ ਬੀਰਹਾ ਭਲੇ। ਸ਼ੰਕ ਸ਼ੋਰ ਕੈ ਭਿਰੈ ਨਿਸ਼ੰਕ ਘਾਏ ਡਾਰਹੀ। ਸੋ ਅੰਗ ਭੰਗ ਹੋਏ ਗਿਰੈ ਨਾ ਜੰਗ ਤੇ ਪਧਾਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨੋ ਹੇ ਪੂਰਨ ਹੇ ਸਰਵਮੈ ਦੁਖ ਪੰਚਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰੱਖੋ ਹਿਐ ਪਰੋਇ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਚਾਰਨ ਹਾਰ। ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਚਾਰਨ ਹਾਰ। ਤੂੰ ਠਾਕੁਰ ਤੁਮ ਪੈ ਅਰਦਾਸ। ਜੀਉ ਪਿੰਡ